ਚੰਡੀਗੜ੍ਹ ਦਾ ਇੰਟਰਨੈਸ਼ਨਲ 에ਅਰਪੋਰਟ ਜਿਸ ਨੂੰ ਇਹ ਦਰਜਾ ਤਾਂ 2011 ਵਿੱਚ ਹਾਸਲ ਹੋਇਆ, ਪਰ ਇਥੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਸਾਲ 2009 ਵਿੱਚ, ਜਦ ਫਲਾਈ ਦੁਬਈ ਨੇ ਰਾਤ 11 ਵਜੇ ਉਡਾਨ ਦੀ ਮਨਜ਼ੂਰੀ ਮੰਗੀ, ਪਰ ਸੁਰੱਖਿਆ ਕਾਰਨਾਂ ਕਾਰਨ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ। ਗੌਰਤਲਬ ਹੈ ਕਿ 에ਅਰ ਫੋਰਸ ਦੇ ਅਧੀਨ ਹੋਣ ਦੇ ਚੱਲਦਿਆਂ ਰੱਖਿਆ ਮੰਤਰਾਲੇ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਦਕਿ ਇਸ ਕੰਮ ਲਈ ਟਿਕਟਸ ਦੀ ਬੁਕਿੰਗ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਸੀ। गौरतलब है कि डिफेंस अधीन होने कारण चंडीगढ़ एयरपोर्ट तो प्राइवेट एयरलाइंस रात 8 बजे तो बाद उड़ान नहीं भर सकती कि उन्होंने दी असल टाइमिंग्स सवेरे 8 बजे तो रात 8 बजे तक ही सीमित है। हालांकि इन्हां वॉच आवर्स नूं वधाउण बारे भी सोचा गया, लेकिन गल नहीं बनी। अंतरराष्ट्रीय स्टेटस दे नाल ही चंडीगढ़ एयरपोर्ट विखे अंतरराष्ट्रीय सहूलतां भी मौजूद ने। इत्थे करीब 60 सीसीटीवी कैमरास दे नाल ही 2 कन्वेयर्स, एप्रन ते सुरक्षा इंतजामात मौजूद ने, पर इस दे बावजूद इत्थे अंतरराष्ट्रीय फ्लाइट की शुरुआत नहीं हो पाई। ਇਸ ਤੋਂ ਇਲਾਵਾ ਇਨ੍ਹਾਂ ਅੰਤਰਰਾਸ਼ਟਰੀ ਉਡਾਨਾਂ ਲਈ ਬਣਾਏ ਜਾ ਰਹੇ ਇੰਟਰਨੈਸ਼ਨਲ ਟਰਮੀਨਲ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ 에ਅਰਪੋਰਟ ਵੱਲੋਂ ਇਸ ਨਵੇਂ ਟਰਮੀਨਲ ਤੇ ਕਰੀਬ 80 ਕਰੋੜ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ, ਜਿਸ ਨੂੰ ਪੂਰਾ ਹੋਣ ਵਿੱਚ ਅਜੇ ਕੁਝ ਸਾਲ ਲੱਗ ਸਕਦੇ ਨੇ। ਅਜਿਹੇ ਵਿੱਚ ਇਸ ਸਾਲ ਦੇ ਅੰਤ ਤੱਕ ਜੇਕਰ ਅੰਤਰਰਾਸ਼ਟਰੀ ਉਡਾਨਾਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਜ਼ਾਹਿਰ ਤੌਰ ਤੇ ਉਹ ਮੌਜੂਦਾ 에ਅਰਪੋਰਟ ਤੋਂ ਹੀ ਹੋਏਗੀ। ਅਜਿਹਾ ਨਹੀਂ ਹੈ ਕਿ ਅੰਤਰਰਾਸ਼ਟਰੀ 에ਅਰਪੋਰਟ ਦੀ ਇਸ ਨੋਟੀਫਿਕੇਸ਼ਨ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਫਲਾਈਟ ਚੰਡੀਗੜ੍ਹ ਤੋਂ ਬਾਹਰ ਨਹੀਂ ਗਈ। ਤੁਹਾਨੂੰ ਯਾਦ ਹੋਵੇ ਤਾਂ ਮੋਹਾਲੀ ਵਿਖੇ ਖੇਡੇ ਗਏ ਭਾਰਤ-ਪਾਕ ਵਰਲਡ ਕੱਪ ਫਾਈਨਲ ਲਈ ਕੁਝ ਸਾਲ ਪਹਿਲਾਂ ਫਲਾਈਟ ਚੰਡੀਗੜ੍ਹ ਤੋਂ ਲਾਹੌਰ ਗਈ ਸੀ, ਜਿਸ ਵਿੱਚ ਕ੍ਰਿਕਟਰਸ, ਜਰਨਲਿਸਟ, BCCI ਦੇ ਅਧਿਕਾਰੀ ਵੀ ਗਏ ਸਨ। ਪਰ ਇਸ ਤੋਂ ਬਾਅਦ ਇੱਕ ਵਾਰ ਫੇਰ ਕੁਝ ਕਾਰਨਾਂ ਕਾਰਨ ਇਥੋਂ ਅੰਤਰਰਾਸ਼ਟਰੀ ਫਲਾਈਟਸ ਦਾ ਕੰਮ शुरू नहीं हो पाया। 2 इंटरनेशनल फ्लाइट चली थी, दोनों चार्टर्ड फ्लाइट्स थे जो चंडीगढ़ से लाहौर गए थे फाइनल के लिए, और उसमें करीबन क्रिकेटर्स गए थे, बोर्ड ऑफिशियल्स गए थे और काफ़ी मीडिया लोग गए थे। जो यहाँ सेमीफाइनल हम लोग कवर कर रहे थे, ऑस्ट्रेलिया का मैच था यहाँ मोहाली में, और उस फ्लाइट के लिए कस्टम्स, इमिग्रेशन जो जो ज़रूरत है वो सब सेटअप किया गया था। 2 फ्लाइट गई थी, एक दोपहर को गई थी और लेट एक इवनिंग में गई थी। फर्स्ट फ्लाइट पे हम लोग नहीं गए थे, सेकंड फ्लाइट पे ज़्यादातर मीडिया थी, बिकॉज पहली बार इंटरनेशनल फ्लाइट था, रेगुलर चेकिंग, कस्टम्स थे, इमिग्रेशन थे, तो उसमें थोड़ा सा यस अलग सा तो था ही। कभी फ्लाइट पकड़ने के लिए दिल्ली जाना पड़ता, तो वो एटलीस्ट वो बॉर्डरेशन यहाँ से दिल्ली, फिर दिल्ली से एयरपोर्ट पहुँचना वो ख़त्म हो जाएगा। और यहाँ से ट्रैफिक बहुत हैवी है, और इसीलिए देखिए ना इतने बसेस जा रहे हैं एयरपोर्ट तक, ऑब्वियसली फ़्लाइट्स बहुत लोग पकड़ते हैं, तो अगर यहाँ से इंटरनेशनल फ़्लाइट्स हो जाए तो लोगों को सहूलियत ही होगी। ਹਾਲਾਂਕਿ ਇਸ ਤੋਂ ਬਾਅਦ ਘੱਟ ਖਰਚੇ ਵਾਲੀ ਇੰਟਰਨੈਸ਼ਨਲ 에ਅਰਲਾਈਨ 에ਅਰ ਅਰੇਬੀਆ ਵੱਲੋਂ ਸ਼ਾਰਜਾ ਚੰਡੀਗੜ੍ਹ ਫਲਾਈਟ ਸ਼ੁਰੂ ਕਰਨ ਵਿੱਚ ਇੰਟਰਸਟ ਦਿਖਾਇਆ ਗਿਆ, ਪਰ ਕਿਉਂਕਿ ਚੰਡੀਗੜ੍ਹ 에ਅਰਪੋਰਟ ਦਾ ਰਨਵੇ ਅਤੇ 에ਅਰ ਟ੍ਰੈਫਿਕ ਕੰਟਰੋਲ ਭਾਰਤੀ 에ਅਰ ਫੋਰਸ ਦੇ ਦਾਇਰੇ ਹੇਠ ਆਉਂਦਾ ਹੈ, ਅਜਿਹੇ ਵਿੱਚ ਅੰਤਰਰਾਸ਼ਟਰੀ 에ਅਰਲਾਈਨਸ ਨੂੰ ਰੱਖਿਆ ਮੰਤਰਾਲੇ ਤੋਂ ਇਸ ਲਈ ਮਨਜ਼ੂਰੀ ਲੈਣ ਦੀ ਜ਼ਰੂਰਤ ਹੈ, ਜਿਸ ਕਾਰਨ ਅੱਧੀਆਂ ਤੋਂ ਵੱਧ ਅੰਤਰਰਾਸ਼ਟਰੀ 에ਅਰਲਾਈਨਸ ਅੱਧ ਵਿਚਕਾਰ ਇਸ ਦਿਲਚਸਪੀ ਨੂੰ ਖਤਮ ਕਰ ਗਈਆਂ। ਖੈਰ, ਇਸ ਤੋਂ ਬਾਅਦ ਇੱਕ ਸੁਝਾਅ ਇਹ ਵੀ ਦਿੱਤਾ ਗਿਆ ਕਿ 에ਅਰ ਇੰਡੀਆ ਕਿਉਂ ਨਾ ਇੱਥੋਂ ਦੁਬਈ ਲਈ ਫਲਾਈਟ ਸ਼ੁਰੂ ਕਰੇ, ਪਰ 에ਅਰ ਇੰਡੀਆ ਕੋਲ ਜਹਾਜ਼ਾਂ ਦੀ ਗਿਣਤੀ ਘੱਟ ਹੋਣ ਦੇ ਚੱਲਦਿਆਂ ਅਤੇ ਕਈ ਹੋਰ ਕਾਰਨਾਂ ਕਾਰਨ ਇਹ ਸੁਝਾਅ ਅੱਧ ਵਿਚਕਾਰ ਹੀ ਰਹਿ ਗਿਆ। ਲੇਕਿਨ ਉਸ ਤੋਂ ਬਾਅਦ ਵਿਦੇਸ਼ੀ 에ਅਰਲਾਈਨਸ ਤੋਂ ਇਲਾਵਾ ਪ੍ਰਾਈਵੇਟ 에ਅਰਲਾਈਨਸ ਲਈ ਮਨਜ਼ੂਰੀ ਮਿਲਣ ਦੇ ਰਾਹ ਆਸਾਨ ਨੇ, ਅਤੇ ਇਸ ਦੀ ਮਿਸਾਲ ਇੰਡੀਗੋ ਤੇ ਸਪਾਈਸ ਜੈਟ ਵਿਖੇ ਵੇਖੀ ਜਾ ਸਕਦੀ ਹੈ। ਬਹਰਹਾਲ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਸਮਾਂ ਹੋ ਗਿਆ ਹੈ। ਬ੍ਰੇਕ ਤੋਂ ਬਾਅਦ ਨਜ਼ਰ ਪਾਵਾਂਗੇ ਕਿ ਆਖਿਰ ਇੰਨੀ ਦੇਰ ਕਿਉਂ ਲੱਗੀ ਚੰਡੀਗੜ੍ਹ ਦੇ ਇਸ 에ਅਰਪੋਰਟ ਨੂੰ ਆਪਣੀ ਇਸ ਨੋਟੀਫਿਕੇਸ਼ਨ ਦਾ ਅਸਲ ਦਰਜਾ ਹਾਸਲ ਕਰਨ ਦੇ ਵਿੱਚ।